ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਦੇ ਪਿਆਰ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਗੁਰਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ। ਜਦੋਂ ਇਸ ਤਰ੍ਹਾਂ ਦੀਆਂ ਪੰਗਤੀਆਂ ਸਾਡੇ ਸਾਹਮਣੇ ਆਉਂਦੀਆਂ ਨੇ, ਗੁਰਬਾਣੀ ਦੀਆਂ ਯਾਦ ਆਉਂਦੀਆਂ ਨੇ, ਸਾਡਾ ਧਿਆਨ ਉਹਨਾਂ ਸੂਰਬੀਰ ਯੋਧਿਆਂ 'ਤੇ ਜਾਂਦਾ ਹੈ ਜਾਂ ਉਹਨਾਂ ਅਰਦਾਸ ਦੀਆਂ ਪੰਗਤੀਆਂ 'ਤੇ ਜਾਂਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਜਦੋਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਾ ਜ਼ਿਕਰ ਆਉਂਦਾ ਹੈ ਤਾਂ ਸਾਡਾ ਧਿਆਨ ਉਹਨਾਂ ਸ਼ਹੀਦਾਂ ਦੇ, ਕੌਮ ਦੇ ਮਹਾਨ ਯੋਧਿਆਂ 'ਤੇ ਜਾਂਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤਾ, ਗੁਰਬਾਣੀ ਦੇ ਨਕਸ਼ੇ ਕਦਮ ਦੇ ਉੱਤੇ ਚੱਲਣ ਦਾ ਯਤਨ ਕੀਤਾ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਗੁਰਬਾਣੀ ਨੂੰ ਵਸਾਇਆ। ਜਿਸ ਪਿਆਰੇ ਸਿਉ ਨੇ ਤਿਸ ਆਗੈ ਮਰ ਚਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਕੌਮ ਦੇ ਮਹਾਨ ਸੂਰਬੀਰ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹਨਾਂ ਦੀ ਅੱਜ ਸ਼ਹੀਦੀ ਦਾ ਦਿਹਾੜਾ ਹੈ। ਸੋ ਆਓ ਉਹਨਾਂ ਦੇ ਜੀਵਨ ਦੇ ਅੰਦਰ ਕੁਝ ਵਿਚਾਰ ਕਰਨ ਦਾ ਯਤਨ ਕਰੀਏ। ਬਾਬਾ ਦੀਪ ਸਿੰਘ ਜੀ ਦਾ ਜਨਮ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਾਗੇ ਪਿੰਡ ਦੇ ਵਿੱਚ, ਪੌ ਪਿੰਡ ਦੇ ਵਿੱਚ ਮਾਤਾ ਜਿਉਣੀ ਜੀ, ਪਿਤਾ ਭਗਤਾ ਜੀ, ਉਹਨਾਂ ਦੇ ਗ੍ਰਹਿ ਵਿਖੇ 1682 ਦੇ ਵਿੱਚ ਉਹਨਾਂ ਦਾ ਆਗਮਨ ਹੋਇਆ, ਬਾਬਾ ਦੀਪ ਸਿੰਘ ਜੀ ਦਾ। ਔਰ ਸੱਚਾਈ ਹੈ, ਜੇ ਬਚਪਨ ਦੇ ਵਿੱਚ ਮਾਤਾ ਪਿਤਾ ਨੇ ਬੱਚੇ ਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਪਾਲਣਾ ਕੀਤਾ। ਮਾਤਾ ਜਿਉਣੀ ਜੀ ਨੇ ਭਾਈ ਦੀਪੇ ਨੂੰ, ਜੋ ਬਚਪਨ ਦੇ ਵਿੱਚ ਮਾਵਾਂ ਸੁਣਾਉਂਦੀਆਂ ਨੇ ਨਾ ਕਈ ਤਰ੍ਹਾਂ ਦੀਆਂ ਕਹਾਣੀਆਂ ਬੱਚਿਆਂ ਨੂੰ ਵਰਚਾਉਣ ਵਾਸਤੇ, ਤੇ ਮਾਤਾ ਜਿਉਣੀ ਨੇ ਗੁਰਬਾਣੀ ਦੀਆਂ ਪੰਗਤੀਆਂ ਸਿਖਾ ਸਿਖਾ ਕੇ ਪਾਲਣਾ ਕੀਤਾ। ਔਰ ਇਤਿਹਾਸ ਦੀਆਂ ਵਾਰਤਾਵਾਂ ਸੁਣਾ ਸੁਣਾ ਕੇ ਮਾਤਾ ਜਿਉਣੀ ਨੇ ਭਾਈ ਦੀਪੇ ਨੂੰ ਮਨ ਕਰਕੇ ਗੁਰਬਾਣੀ ਦੇ ਵਾਸਤੇ ਤਿਆਰ ਕੀਤਾ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਜਿਸ ਸਮੇਂ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਰਹਿਮਤਾਂ ਪੈ ਬਰਸਾਉਂਦੇ ਨੇ। ਸਮਾਂ ਪਾ ਕੇ ਮਾਤਾ ਜਿਉਣੀ ਜੀ, ਪਿਤਾ ਭਗਤਾ ਜੀ ਆਪਣੇ ਬੱਚੇ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਗਏ ਦਰਸ਼ਨ ਕਰਨ ਵਾਸਤੇ। ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ, ਕੁਝ ਦਿਨ ਸੇਵਾ ਕਰਕੇ ਗੁਰੂ ਘਰ ਦੇ ਵਿੱਚ, ਤੇ ਭਾਈ ਦੀਪੇ ਦੇ ਮਾਤਾ ਪਿਤਾ ਜੀ ਵਾਪਸ ਆਉਣ ਲੱਗੇ। ਸਤਿਗੁਰਾਂ ਦੇ ਕੋਲੋਂ ਛੁੱਟੀਆਂ ਮੰਗੀਆਂ ਤੇ ਭਾਈ ਦੀਪੇ ਨੇ ਜਿੱਦ ਕੀਤੀ, ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਹਿਣਾ ਹੈ, ਸਤਿਗੁਰਾਂ ਦੇ ਕੋਲ ਰਹਿਣਾ ਹੈ। ਅੰਦਰੋਂ ਪ੍ਰੇਮ ਬਣਿਆ ਭਾਈ ਦੀਪੇ ਦਾ, ਤੇ ਮਾਤਾ ਪਿਤਾ ਵਾਪਸ ਨਗਰ ਆ ਗਏ। ਭਾਈ ਦੀਪਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਿਹਾ, ਲੰਮਾ ਸਮਾਂ ਰਿਹਾ, ਘੋੜ ਸਵਾਰੀ ਸਿੱਖੀ, ਗੁਰੂ ਘਰ ਦੇ ਵਿੱਚ ਗਤਕਾ ਬਾਜੀ ਸਿੱਖੀ, ਤੀਰ ਨਿਸ਼ਾਨੇ ਸਿੱਖੀ, ਜੋ ਵੀ ਸਿੱਖਣਾ ਸੀ ਗੁਰੂ ਘਰ ਦੇ ਵਿੱਚ ਸਿੱਖਿਆ।
ਔਰ ਇਤੋਂ ਤੀਕਰ ਇਤਿਹਾਸ ਜ਼ਿਕਰ ਕਰਦਾ ਹੈ ਭਾਈ ਮਣੀ ਸਿੰਘ ਵਰਗੇ ਮਹਾਨ ਸੂਰਬੀਰ ਯੋਧਿਆਂ ਦੇ ਨਾਲ ਭਾਈ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਸੀ ਉਹ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਹਨਾਂ ਨਾਲ ਸੰਬੰਧ ਬਣਿਆ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਜਦੋਂ 1699 ਦੀ ਵਿਸਾਖੀ ਨੂੰ ਸਤਿਗੁਰਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਔਰ ਉਸ ਤੋਂ ਉਪਰੰਤ ਤਕਰੀਬਨ 1700 ਈਸਵੀ ਦੇ ਵਿੱਚ ਭਾਈ ਦੀਪੇ ਨੇ ਅੰਮ੍ਰਿਤ ਛਕ ਕੇ ਤੇ ਬਾਬਾ ਦੀਪ ਸਿੰਘ ਬਣਿਆ। ਸਤਿਗੁਰਾਂ ਦੇ ਹੁਕਮ ਅਨੁਸਾਰ ਬਾਬਾ ਦੀਪ ਸਿੰਘ ਜੀ ਆਪਣੇ ਨਗਰ ਦੇ ਵਿੱਚ ਆ ਗਏ। ਸਤਿਗੁਰਾਂ ਨੇ ਉਪਦੇਸ਼ ਕੀਤਾ ਜਾਣ ਲੱਗਿਆ ਕਿ ਭਾਈ ਦੀਪਾ ਸਿੰਘ ਜੀ ਨਗਰ ਦੇ ਵਿੱਚ ਜਾ ਕੇ ਤੁਸੀਂ ਇਲਾਕੇ ਦੇ ਵਿੱਚ ਗੁਰੂ ਨਾਨਕ ਦੇ ਫਲਸਫੇ ਨੂੰ ਫੈਲਾਉਣਾ ਹੈ, ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਗੁਰਮਤਿ ਦਾ ਪ੍ਰਚਾਰ ਕਰਨਾ ਹੈ, ਗੁਰਮੁਖੀ ਪੜ੍ਹਾਉਣੀ ਹੈ ਆਪਣੇ ਇਲਾਕੇ ਦੇ ਵਿੱਚ। ਬਾਬਾ ਦੀਪ ਸਿੰਘ ਆਪਣੇ ਇਲਾਕੇ ਦੇ ਵਿੱਚ ਆਣ ਕਰਕੇ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਬਹੁਤ ਸਾਰੇ ਲੋਕਾਂ ਨੂੰ ਗੁਰਬਾਣੀ ਪੜ੍ਹਾਉਂਦੇ, ਗੁਰਮੁਖੀ ਸਿਖਾਉਂਦੇ, ਗੁਰ ਇਤਿਹਾਸ ਨਾਲ ਜੋੜਦੇ, ਗੁਰਬਾਣੀ ਨਾਲ ਜੋੜਦੇ। ਜੋ ਹਰ ਗੁਰਸਿੱਖ ਦਾ ਫਰਜ਼ ਹੈ ਉਹ ਬਾਬਾ ਦੀਪ ਸਿੰਘ ਪੂਰਾ ਕਰ ਰਹੇ ਸਨ। ਇੱਧਰੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰੀ ਨੂੰ ਛੱਡਿਆ ਸਾਰਾ ਪਰਿਵਾਰ ਨਾਲ। ਪਰ ਜਦੋਂ ਸਰਸਾ ਦੇ ਕੰਢੇ ਤੇ ਗਏ ਪਰਿਵਾਰ ਵਿਛੋੜਾ ਹੋ ਗਿਆ ਔਰ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰਾਂ ਦੇ ਸਾਹਿਬਜ਼ਾਦੇ ਵੱਡੇ ਸ਼ਹੀਦ ਹੋਏ, ਛੋਟੇ ਸਰਹੰਦ ਦੇ ਵਿੱਚ ਸ਼ਹੀਦ ਹੋਏ, ਮਾਤਾ ਗੁਜਰ ਕੌਰ ਜੀ ਦੇ ਸਮੇਤ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਤਿਗੁਰੂ ਜੀ ਗਰੀਬ ਨਿਵਾਜ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਮਾਲਵੇ ਦੀ ਧਰਤੀ ਤੇ ਪਹੁੰਚੇ ਨੇ। ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸਾਬੋ ਕੀ ਤਲਵੰਡੀ ਪਹੁੰਚੇ ਨੇ। ਕੁਝ ਅਮਨ ਅਮਾਨ ਦਾ ਸਮਾਂ ਸਤਿਗੁਰਾਂ ਨੂੰ ਮਿਲਿਆ ਤੇ ਇੱਥੇ ਸਤਿਗੁਰਾਂ ਜੀ ਦੇ ਕੋਲ ਭਾਈ ਮਣੀ ਸਿੰਘ ਜੀ ਵੀ ਪਹੁੰਚ ਗਏ ਔਰ ਵਿਸ਼ੇਸ਼ ਤੌਰ ਤੇ ਬਾਬਾ ਦੀਪ ਸਿੰਘ ਜੀ ਨੂੰ ਬੁਲਾਉਣ ਵਾਸਤੇ ਸਿੰਘ ਭੇਜਿਆ ਗਿਆ। ਸਤਿਗੁਰਾਂ ਦੇ ਬੁਲਾਵੇ ਤੇ ਬਾਬਾ ਦੀਪ ਸਿੰਘ ਜੀ ਇੱਥੇ ਆ ਪਹੁੰਚੇ ਸਾਬੋ ਕੀ ਤਲਵੰਡੀ। ਆ ਕੇ ਨਤਮਸਤਕ ਹੋਏ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਧੰਨ ਭਾਗ ਨੇ ਜੋ ਆਪ ਜੀ ਨੇ ਸਾਨੂੰ ਇੱਕ ਨਾਚੀਜ਼ ਗੁਰਸਿੱਖ ਨੂੰ ਯਾਦ ਕੀਤਾ ਹੈ। ਕੀ ਹੁਕਮ ਹੈ ਸੱਚੇ ਪਾਤਸ਼ਾਹ? ਸਤਿਗੁਰੂ ਜੀ ਕਹਿੰਦੇ ਭਾਈ ਹੁਣ ਅਮਨ ਅਮਾਨ ਦਾ ਸਮਾਂ ਹੈ। ਆਉਣ ਵਾਲੇ ਸਮੇਂ ਨੂੰ ਨਜਾਕਤ ਵਿੱਚ ਰੱਖਦਿਆਂ ਹੋਇਆਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਹੁਣ ਇੱਥੇ ਗ੍ਰੰਥ ਦਾ ਉਤਾਰਾ ਕੀਤਾ ਜਾਵੇ। ਜੋ ਗੁਰਬਾਣੀ ਹੈ ਉਹਦੇ ਹੋਰ ਗੁਰਬਾਣੀਆਂ ਦਾ ਗ੍ਰੰਥ ਦਾ ਉਤਾਰਾ ਕੀਤਾ ਜਾਵੇ। ਇਸ ਕਰਕੇ ਜਾਓ ਕਰਤਾਰਪੁਰ ਦੀ ਧਰਤੀ ਦੇ ਉੱਤੇ ਸਾਡੇ ਵੱਡੇ ਵਡੇਰੇ ਧੀਰਮਲ ਬੈਠੇ ਨੇ, ਉਹਨਾਂ ਦੇ ਕੋਲੋਂ ਗ੍ਰੰਥ ਲਿਆਂਦਾ ਜਾਵੇ। ਔਰ ਸਤਿਗੁਰੂ ਜੀ ਸਿੰਘਾਂ ਨੂੰ ਭੇਜਣ ਲੱਗਿਆ ਕਿਹਾ ਜੇ ਪਿਆਰ ਨਾਲ ਦੇ ਦੇਣ ਤੇ ਠੀਕ ਹੈ, ਨਹੀਂ ਤਾਂ ਵਾਪਸ ਆ ਜਾਣਾ, ਜ਼ਬਰਦਸਤੀ ਨਹੀਂ ਲੈ ਕੇ ਆਉਣਾ। ਸਿੰਘ ਗਏ, ਜਾ ਕੇ ਧੀਰਮਲ ਨੂੰ ਬੇਨਤੀ ਕੀਤੀ ਕਿ ਸਤਿਗੁਰਾਂ ਨੇ ਸਾਨੂੰ ਭੇਜਿਆ, ਸਾਨੂੰ ਗ੍ਰੰਥ ਦੇ ਦਿਓ, ਅਸੀਂ ਸਤਿਗੁਰਾਂ ਦੇ ਹੁਕਮ ਅਨੁਸਾਰ ਇਹਦਾ ਉਤਾਰਾ ਕਰਨਾ ਹੈ। ਧੀਰਮਲ ਨੇ ਜਵਾਬ ਦੇ ਦਿੱਤਾ, ਜੋ ਗੁਰੂ ਘਰ ਦਾ ਪਹਿਲਾਂ ਹੀ ਦੋਖੀ ਸੀ, ਜਵਾਬ ਦੇ ਦਿੱਤਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਸਮਝਦੇ ਹੋ, ਗੁਰੂ ਨਾਨਕ ਦੀ ਜੋਤ ਸਮਝਦੇ ਹੋ, ਫਿਰ ਸਾਡੇ ਕੋਲ ਕੀ ਲੈਣ ਆਏ ਹੋ? ਜਾਓ, ਚਲੇ ਜਾਓ, ਉਹਨੂੰ ਕਹੋ ਆਪੇ ਲਿਖ ਲਵੇ। ਜਦੋਂ ਇਸ ਤਰ੍ਹਾਂ ਦੇ ਬਚਨ ਬੋਲੇ ਉਹਨੂੰ ਭੁਲੇਖਾ ਸੀ ਕਿ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੋਵੇਗਾ ਉਹੀ ਗੁਰੂ ਬਣ ਜਾਵੇਗਾ, ਇਹ ਭੁਲੇਖਾ ਸੀ। ਸਿੰਘ ਵਾਪਸ ਆਏ, ਸਤਿਗੁਰਾਂ ਦੇ ਕੋਲ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹਨਾਂ ਨੇ ਨਹੀਂ ਦਿੱਤਾ, ਬੋਲ ਕਬੋਲ ਬੋਲੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠ ਗਏ। ਅੰਮ੍ਰਿਤ ਵੇਲੇ ਦਾ ਦੀਵਾਨ ਸਜਣ ਤੋਂ ਉਪਰੰਤ ਭਾਈ ਮਣੀ ਸਿੰਘ ਜੀ ਨੂੰ ਕੋਲ ਬਿਠਾਇਆ। ਸ਼ਾਹੀ ਤਿਆਰ ਹੋਈ, ਸੋਨੇ ਨੂੰ ਢਾਲ ਢਾਲ ਕੇ ਸੋਨੇ ਦੀ ਸ਼ਾਹੀ ਬਣਾਈ ਗਈ, ਕਲਮਾਂ ਘੜੀਆਂ ਗਈਆਂ ਤੇ ਗੁਰਬਾਣੀ ਦੀ ਲਿਖਾਈ ਜਿਹੜੀ ਸੀ ਉਹ ਸ਼ੁਰੂ ਹੋਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ
ਗੁਰਬਾਣੀ ਇਹ ਜਿਹੜੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਆ ਨਾ, ਇਹਨੂੰ ਦਮਦਮੀ ਬੀੜ ਕਹਿੰਦੇ ਨੇ, ਕਿਉਂਕਿ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਇਹਦਾ ਉਲੱਥਾ ਹੋਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਿਖਾਈ ਜਾ ਰਹੇ ਸਨ ਗੁਰਬਾਣੀ। ਭਾਈ ਮਣੀ ਸਿੰਘ ਜੀ ਗੁਰਬਾਣੀ ਨੂੰ ਲਿਖ ਰਹੇ ਸਨ। ਬਾਬਾ ਦੀਪ ਸਿੰਘ ਜੀ ਕਲਮਾਂ ਘੜ ਘੜ ਕੇ ਦੇ ਰਹੇ ਸਨ, ਨਾਲ ਸਿਆਹੀ ਦਾ ਪ੍ਰਬੰਧ ਕਰ ਕਰਕੇ ਦੇ ਰਹੇ ਸਨ। ਲਿਖੀ ਗਈ ਗੁਰਬਾਣੀ ਜਦੋਂ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ, ਫਿਰ ਇੱਥੇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਜਿਹੜੀ ਸੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਾਈ ਗਈ। ਜਿਹੜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੀੜ ਹੈ ਨਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖਾਇਆ ਸੀ, ਗੁਰਬਾਣੀ ਇਕੱਤਰ ਕੀਤੀ ਸੀ, ਉਹਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨਹੀਂ ਹੈ। ਔਰ ਇਧਰ ਸਤਿਗੁਰਾਂ ਨੇ ਜਦੋਂ ਸੰਪੂਰਨਤਾ ਹੋਈ ਗੁਰਬਾਣੀ ਦੀ, ਉਸ ਤੋਂ ਉਪਰੰਤ ਸਤਿਗੁਰਾਂ ਨੇ ਉਪਦੇਸ਼ ਕੀਤਾ ਕਿ ਅਸੀਂ ਹੁਣ ਨਾਂਦੇੜ ਦੀ ਧਰਤੀ ਵੱਲੇ ਜਾ ਰਹੇ ਹਾਂ। ਕੁਛ ਕਾਰਜ ਰਹਿੰਦੇ ਨੇ ਉੱਥੇ ਨੇਪਰੇ ਚੜਾਉਣ ਵਾਲੇ, ਤੇ ਬਾਬਾ ਦੀਪ ਸਿੰਘ ਜੀ ਤੁਸੀਂ ਇੱਥੇ ਰਹਿ ਕੇ ਗੁਰਬਾਣੀ ਦਾ ਉਲੱਥਾ ਕਰਨਾ। ਤੇ ਇਤਿਹਾਸ ਦੇ ਵਿੱਚ ਜ਼ਿਕਰ ਹੈ, ਸੱਚਾਈ ਹੈ, ਬਾਬਾ ਦੀਪ ਸਿੰਘ ਜੀ 11 ਸਾਲ ਇਸ ਧਰਤੀ ਤੇ ਰਹਿ ਕੇ 4 ਸਰੂਪਾਂ ਦੀ ਲਿਖਾਈ ਕੀਤੀ ਹੈ। ਤੇ ਚਾਰੇ ਸਰੂਪ ਜਿਹੜੇ ਸੀ ਉਹ ਚਾਰੇ ਗੁਰਧਾਮਾਂ ਦੇ ਉੱਤੇ, ਚਾਰੇ ਤਖਤਾਂ ਦੇ ਉੱਤੇ ਭੇਜੇ। ਪਹਿਲਾ ਸਰੂਪ ਆਨੰਦਪੁਰ ਸਾਹਿਬ ਦੀ ਧਰਤੀ ਤੇ, ਦੂਜਾ ਸਰੂਪ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ, ਔਰ ਤੀਸਰਾ ਸਰੂਪ ਜਿਹੜਾ ਪਟਨਾ ਸਾਹਿਬ ਦੀ ਧਰਤੀ ਤੇ, ਚੌਥਾ ਸਰੂਪ ਜਿਹੜਾ ਸੀ ਉਹ ਨਾਂਦੇੜ ਦੀ ਧਰਤੀ ਤੇ ਪਹੁੰਚਾਇਆ। ਔਰ ਕਲਮ ਚਲਾ ਰਿਹਾ ਬਾਬਾ ਦੀਪ ਸਿੰਘ ਜੀ ਦੇ ਕੋਲ ਇੱਕ ਦਿਨ ਇੱਕ ਸਿੰਘ ਨੇ ਆ ਕੇ ਬੇਨਤੀ ਕੀਤੀ, ਫਤਿਹ ਬੁਲਾਈ। ਬਾਬਾ ਦੀਪ ਸਿੰਘ ਨੇ ਪੁੱਛਿਆ ਕਿੱਥੋਂ ਆਇਆ ਹੈ? ਕਹਿਣ ਲੱਗਾ ਮੈਂ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਇਆ ਹਾਂ। ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਨਾਮ ਸੁਣਿਆ, ਬਾਬਾ ਦੀਪ ਸਿੰਘ ਜੀ ਦਾ ਰੋਮ ਰੋਮ ਖਿੜ ਪਿਆ। ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਧਰਤੀ ਤੋਂ ਆਇਆ ਹੈ, ਮੈਨੂੰ ਦੱਸ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਦਾ ਕੀ ਹਾਲ ਹੈ। ਜਦੋਂ ਪੁੱਛਿਆ, ਸਿੰਘ ਨੇ ਅੱਖਾਂ ਵਿੱਚ ਅਥਰੂ ਭਰ ਕੇ ਦੱਸਿਆ, ਬਾਬਾ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਹਾਲ ਪੁੱਛਦੇ ਹੋ, ਬਹੁਤ ਮਾੜਾ ਹੈ। ਕੀ ਹੋਇਆ ਹੈ ਗੁਰੂ ਰਾਮਦਾਸ ਦੀ ਨਗਰੀ ਨੂੰ? ਉਹ ਸਿੰਘ ਨੇ ਦੱਸਣਾ ਕੀਤਾ, ਬਾਬਾ ਜੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਉਹਦੇ ਉੱਤੇ ਆਫਤ ਆ ਗਈ ਹੈ। ਅਬਦਾਲੀ ਨੇ ਹੁਕਮ ਕੀਤਾ ਤੈਮੂਰ ਤੇ ਜਹਾਨ ਖਾਨ ਦੀ ਕਮਾਨ ਦੇ ਹੇਠ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ ਹੈ, ਔਰ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ, ਔਰ ਕਬਜ਼ਾ ਕਰ ਲਿਆ ਗਿਆ ਹੈ। ਉੱਥੇ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਨੇ ਫਿਰਦੀਆਂ ਨੇ, ਜਿੱਥੇ ਦਿਨ ਰਾਤ ਗੁਰਬਾਣੀ ਦਾ ਪ੍ਰਵਾਹ ਚੱਲਦਾ ਸੀ, ਅੱਜ ਉਸ ਥਾਂ ਦੇ ਉੱਤੇ ਕੁਫਰ ਤੋਲਿਆ ਜਾ ਰਿਹਾ ਹੈ, ਫੌਜਾਂ ਫਿਰ ਰਹੀਆਂ ਨੇ ਅਬਦਾਲੀ ਦੀਆਂ। ਬਾਬਾ ਦੀਪ ਸਿੰਘ ਨੇ ਕਲਮ ਰੱਖ ਦਿੱਤੀ ਇੱਕ ਪਾਸੇ, ਔਰ ਤਕਰੀਬਨ ਬਾਬਾ ਦੀਪ ਸਿੰਘ ਜੀ ਦੇ ਕੋਲ ਇਸ ਵੇਲੇ ਕੇਵਲ ਤੇ ਕੇਵਲ 8 ਸਿੰਘ ਸਨ। ਔਰ ਉਸ ਵਕਤ ਫਿਰ ਅਰਦਾਸ ਕੀਤੀ, ਐ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਦੁਨੀਆ ਦੇ ਲੋਕ ਤੇਰੇ ਦਰਬਾਰ ਦੇ ਵਿੱਚ ਕਈ ਪ੍ਰਕਾਰ ਦੀਆਂ ਕੀਮਤੀ ਵਸਤੂਆਂ ਆ ਕੇ ਭੇਟ ਕਰਦੇ ਨੇ। ਸੱਚੇ ਪਾਤਸ਼ਾਹ ਮੈਂ ਸੀਸ ਦੀ ਭੇਟਾ ਲੈ ਕੇ ਆਵਾਂਗਾ, ਤੇ ਮੇਰੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿੰਨਾ ਚਿਰ ਮੈਂ ਗੁਰਧਾਮ ਨੂੰ, ਅੰਮ੍ਰਿਤਸਰ ਹਰਿਮੰਦਰ ਸਾਹਿਬ ਨੂੰ ਆਜ਼ਾਦ ਨਹੀਂ ਕਰਾ ਲੈਂਦਾ ਦੁਸ਼ਮਣ ਦੇ ਕਬਜ਼ੇ ਚੋਂ, ਉਹਨਾਂ ਚਿਰ ਮੈਂ ਸ਼ਹੀਦ ਨਹੀਂ ਹੋਵਾਂਗਾ। ਅਨੋਖਾ ਪਰਣ ਸੀ, ਬੜਾ ਅਨੋਖਾ ਪਰਣ ਸੀ। ਅੱਜ ਤੱਕ ਸ਼ਾਇਦ ਕਿਸੇ ਨੇ ਇਸ ਤੋਂ ਪਹਿਲਾਂ ਇਹੋ ਜਿਹਾ ਪਰਣ ਨਾ ਕੀਤਾ ਹੋਵੇ ਕਿ ਮੈਂ ਉਹਨਾਂ ਚਿਰ ਸ਼ਹੀਦੀ ਨਹੀਂ ਪਾਵਾਂਗਾ ਜਿੰਨਾ ਚਿਰ ਮੇਰੇ ਸਤਿਗੁਰੂ ਦਾ ਗੁਰਧਾਮ ਜਿਹੜਾ ਹੈ ਉਹ ਆਜ਼ਾਦ ਨਹੀਂ ਹੋ ਜਾਂਦਾ। ਅਰਦਾਸ ਕੀਤੀ ਅੱਜ ਸਿੰਘਾਂ ਸਮੇਤ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਤੇ ਬਾਬਾ ਦੀਪ ਸਿੰਘ ਜੀ ਨੇ ਉਸੇ ਵਕਤ ਸਿੰਘਾਂ ਨੂੰ ਆਸੇ-ਪਾਸੇ ਨਗਰਾਂ ਦੇ ਵਿੱਚ ਭੇਜਿਆ।
कि जिसनों गुरधाम प्यारा है वो आओ गुरु रामदास सच्चे पातशाह जी दे हरमंदर साहब नूं आज़ाद कराउण वास्ते चलीए। ते जिन्हां नूं गुरु घर प्यारा सी वो पलों दे विच ही सिंह इकट्ठे हो गए। एक नगर ने दूजे नूं दस्सिया, दूजे ने तीजे नूं दस्सिया। दसदियां दसदियां ये अग वांग सारी गल फैल गई। ते बाबा दीप सिंह जी चढ़ाई करके जा रहे सी अमृतसर साहब की धरती नूं। रस्ते दे विच जिहड़े भी नगर आए ना उन्हां नगरां दे विच ही ये जोर शोर दे नाल प्रचार किया गया साडा गुरु धाम ਜ਼ਾਲਮਾਂ ਦੇ कब्जे दे विच है। ते जे गुरु धाम ही साडे सेफ ना होए फिर साडा जीउणा काहदा है। सतगुरु जी गुरबाणी अंदर समझाउंदे ने ना, जे जीवै पत लथी जाए सब हराम जेता किछ खाए। जे साडी इज्जत ही नहीं साडा जिउणा भी त्रिगकार है। काहदा जिउणा है। जदों इउं आवाज़ां नगरां दे विच दित्तियां ते नगरां दे विचों छालां मार मार के लोग जिहड़े सन गुरु धाम नूं प्यार करदे सन, गुरसिख जिहड़े बाबा दीप सिंह जी दे जथे नाल रल गए। तरन ताਰਨ साहब की धरती ते आके ते ਸਿੰਘਾਂ की गिणती जिहड़ी सी वो 5000 की हो गई। उधरों जहान खान नूं पता लग्या कि ਸਿੰਘਾਂ की फौज जिहड़ी है वो अमृतसर वल नूं आ रही है और उन्होंने रस्ते दे विच रोक के ते उन्होंने खत्म कर दिता जाए। इधर 7000 फौज जिहड़ी सी लैके जहान खान अमृतसर साहब दे वल्लों चलिया ते इधर बाबा दीप सिंह जी तरन ताਰਨ साहब दे विच फिर जाके ते अरदास कीती ते अगे लंघ के तकरीबन 1-2 किलोमीटर अगे लंघ के ना बाबा दीप सिंह ने वेख्या कि बहुत सारी ਸਿੰਘਾਂ की गिणती हो गई है। ते बाबा दीप सिंह जी कहन लगे भाई सारियां नूं गुरधाम प्यारा है, चले हाँ कुर्बानियां करन वास्ते। ते साडे विच कोई ऐसा बंदा ना होवे जिन्हों अपना घर प्यारा होवे, अपना परिवार प्यारा होवे, वो हुणे ही वापस जा सकता है। ते बाबा दीप सिंह जी ने अपने खंडे दे नाल उत्थे लकीर खिंची है। अज भी उत्थे तुसीं वेखोगे रस्ते दे विच तरन ताਰਨ साहब तो थोड़ा जिहा अगे जाइए लकीर साहब गुरुद्वारा साहब बनिया होया है। ते बाबा दीप सिंह जी का बड़ा वड्डा सरूप लग्या होया, खंडे नाल वो लकीर खिंच रहे हैं। जदों खंडे दे नाल लकीर खिंची गई हुण किहड़ा ऐसा गुरसिख सी जिहड़ा घरों चल के आ गया ते जंग का तमाशा ही वेखण आया होवे। सूरबीर योधे छालां मार मार के उस लकीर नूं टप गए। उधरों जहान खान तैमूर जो अबदाली का पुत्र है वो फौजां लैके आ रहे सन अगों ते गोलवड़ के मैदान दे विच फिर कटावड़ जिहड़ी सी वो शुरू हो गई, जंग शुरू हो गया। इधर या अली दे नारे लग रहे सन, इधर बाबा दीप सिंह दे नाल जिहड़े सिंह सन वो जकारे छड्ड रहे सन। क्योंकि जकारा छड्डना या अली दे नारे लाउण दा इहदा मतलब हुंदा है कि अपनियां फौजां नूं उत्साहित करना, उत्साह देना, जोश भरना। इधर जोश दे नाल गुरबाणी दीयां पंक्तियां पढ़ियां जा रहीआं सन। गगन दमामा बाजिओ परिओ निशाने घाओ, ठेत जो मांडिओ सूरमा अब जूझन को दाओ। सिंह वध वध के तेगा मार रहे सन। की वेख्या इधरों तकरीबन 500 ਸਿੰਘਾਂ ਦਾ जथा लैके आनंदपुर साहब की धरती तो भाई दयाल सिंह जिहड़े सन वो पहुँच गए। ते भाई दयाल सिंह जो जंग के मैदान के अंदर वड़िया ना ते नाल दे ਸਿੰਘਾਂ साथियों नूं इशारा किया, ओ सामने हाथी के उत्ते बैठा होया शख्स दिस रहा तुहानूं? कहंदे हाँ जी। कहंदे दिस रहा ना यही है जहान खान जिन्हें मेरे धन गुरु रामदास सच्चे पातशाह जी के पवित्र सरोवर की बेअदबी की है, बच के नहीं जाना चाहिए। भाई दयाल सिंह ने अपने हाथ दे विच लिशकदी हुई किरपान फड़ी हुई सी और घोड़े नूं एकदम उहदे हाथी दे वल्ले दौड़ा दिता है। दौड़दा होया घोड़ा उहदे नाल गया, कोल हाथी दे गया। हाथी दियां लगामां खिंचियां, छाल मरा के ते उस वेले जहान खान दा
सिर जिहड़ा सी अपनी किरपान दे नाल वढ के ते धरती ते सिट दिता। जदों जहान खान मारिया गया ना, फौजां दे विच भज दौड़ मच गई। मुगलों दीयां फौजां जिहड़ियां सी वो अगे अगे ਸਿੰਘਾਂ ਦੇ भजनियां शुरू हो गईयां। भजदे जा रहे सन ये मुगलों दीयां फौजां। अगों जमाल खान मिल गया जिहड़ा होर फौज लैके ते लाहौर तो आया सी। जमाल खान नाल अबदाली दा पुत्र तैमूर, इन्हां ने हल्लाशेरी दिती। फौज नूं साह दे विच साह आया। वापस फौजां फिर मुड़ियां, फिर जंग दा मैदान भख गया। इधर जमाल खान जिहड़ा ਉਹਦੇ सामने बाबा दीप सिंह जी आए ने। जंग का मैदान जिहड़ा सी लहू लुहान होया पिया सी। सूरमिਆਂ ਦੀਆਂ लहू मिज एक नाल धरती सिंजी पई सी गोलवड़ दे मैदान दे। इधर बाबा दीप सिंह जी ने वंगारिया, जमाल खान लोकां दे पुत्र मरवाउणे पए आ आपां दोवें आपस विच फैसला करिए। आपां वेखीए एक दूजे दे हत्थ। एक पासे बाबा दीप सिंह जी 75 साल की उम्र है। 18 सेर का हत्थ विच फड़िया होया खंडा। उस बुढ़े जरनैल का चेहरा जिहड़ा सी वो अग दे वांगू भगदिया पिया सी। उधर जमाल खान की उम्र 32-33 साल का भर जवान है ते बाबा दीप सिंह जी के सामने आ खड़ोता है। हुण इधर मुकाबला होण लगा बाबा दीप सिंह ते जमाल खान का। कटावट जोरां दे विच चल रही सी। जंग का मैदान पूरा भखिया पिया सी। इधर बाबा दीप सिंह ते जमाल खान का आपस विच युद्ध मचिया। सूरमे वध वध के अपने हथियार का इस्तेमाल कर रहे सन। खंडे उत्ते खंडा खड़कदा पिया सी। बिजली जिवें चमकदी होवे इवें खंडे ते खंडा खड़कदा पिया सी। कई घंटियां का युद्ध जिहड़ा सी बाबा दीप सिंह और जमाल खान के दरम्यान होया। अखीर दोवें योधे जिहड़े सन हंब गए। सांझा वार चलिया। उस सांझे वार दे नाल जमाल खान का भी सिर जिहड़ा सी लथ के धरती ते डिग पिया। बाबा दीप सिंह दे शरीर दे उत्ते भी जमाल खान का वार सांझा वार होया। इक्को दम वार होया ना ते बाबा दीप सिंह जी का भी सीस जिहड़ा सी वो धड़ दे नालों अलग हो गया, धरती दे उत्ते डिग पिया। और जदों डिग पिया तो सिंह एक कोल खड़ा जिहड़ा वो दमदमा साहिब की धरती ते जदों अरदास कीती सी वो 8 ਸਿੰਘਾਂ ਦੇ ਵਿੱਚ सी। उसने एकदम कहा बाबा जी ये की हो गया। अरदास करके तुरे सी, जिन्ना चिर धन गुरु रामदास सच्चे पातशाह तेरा गुरधाम आज़ाद नहीं हो जाता उन्ना चिर मैं शहीदी नहीं पावांगा। की गल गुरबाणी झूठी हो सकती है? बिरथी कदे ना होवी जन की अरदास, नानक जोर गोबिंद का पूर्ण गुणतास। सिंह की अरदास गुरु ग्रंथ साहिब महाराज कहते ने कभी व्यर्थ नहीं जा सकती। फिर तुहाडी अरदास इन्ने सूरबीर योधे की अरदास बिरथी किवें हो सकती है? बाबा जी ये नहीं हो सकता। जदों इउं किया बाबा दीप सिंह जी का शरीर हरकत दे विच आया। धड़ जिहड़ा सी खड़ा हो गया ते जिहड़ा सीस सी खब्बे हत्थ की तली दे उत्ते रख लिया। सज्जे हत्थ विच खंडा उस तरह जिवें पहलों चलाउंदे पए सी उस तरह चल पिया। मैं इत्थे जिक्र करना जरूरी समझना, कुछ लोगों ने ना कुछ इतिहासकारां ने इतिहास नूं विगाड़न का यतन किया। कहंदे बाबा दीप सिंह का सीस लत्था नहीं सी, बस फट लग्या सी ते बाबा दीप सिंह जी ने खब्बे हत्थ नाल उहनूं हत्थ का ना इशारा दे के आसरा दे के ते खंडा चलाउंदे गए। वेखो दुनिया दे अंदर असीं किसी दे धर्म नूं माड़ा नहीं कहिंदे। जे सनातन धर्म की गल करिए ना, थोड़ा जिहा मैं एक खिन बाहर निकलिया, सनातन धर्म की गल करिए तो सनातन धर्म के धार्मिक ग्रंथों के अंदर इउं जिक्र है कि हनुमान जी ने निक्की उम्र दे विच ना जदों सूरज अजे चढ़दा पिया सी तो उन्हें समझिया संतरा है तो उन्हें तोड़ के सूरज नूं अपने मूँह दे विच पा लिया सी। ते अज तक हिंदू वीर एक दूजे ते तर्क नहीं करते, वो नहीं तर्क करते। कहा जाता कि
हनुमान ने एडा वड्डा पहाड़ चक के ले आंदा सी, वो नहीं एक दूजे ते तर्क करते। फिर साडा इतिहास कोई बहुता पुराना नहीं है। एक पासे 18 शेर दा बाबा दीप सिंह दा खंडा, हुण जिहड़ा मुगल पठान जिहड़ा सी, जिहड़ा जमाल खान बाबा दीप सिंह दा मुकाबला पिया करदा सी, 32-33 साल की भर जवानी की उम्र है, ਉਹਦਾ किते खंडा किते थोड़ा थोड़ा होवेगा। ਉਹਦਾ खंडा जे बाबा दीप सिंह ਦਾ 18 शेर ਦਾ है, ਉਹਦਾ भी घट्टो घट्ट इन्ने ਦਾ ਤਾਂ ਹੋਵੇਗਾ ना। ਤੇ ਜੇ ਇੰਨੇ ਵੱਡਾ ਹਥਿਆਰ ਜਿਹਨੂੰ ਪਾਨਾ ਲਾ ਲਾ ਕੇ ਤਿੱਖਿਆਂ ਕੀਤਾ ਹੁੰਦਾ ਹੈ, ਜੇ ਏਡੇ ਖੰਡੇ ਦਾ ਵਾਰ ਧੌਣ ਦੇ ਉੱਤੇ ਲੱਗਿਆ ਹੋਵੇ ਤੇ ਸਿਰ ਅੜਿਆ ਤਾਂ ਨਹੀਂ ਰਹਿ ਸਕਦਾ। ਬਾਬਾ ਦੀਪ ਸਿੰਘ ਜੀ ਦਾ ਸੀਸ ਅਲੱਗ ਹੋਇਆ, ਤਲੀ ਦੇ ਉੱਤੇ ਰੱਖਿਆ, ਸੱਜੇ ਹੱਥ ਦੇ ਨਾਲ ਖੰਡਾ ਵਾਹੁੰਦੇ ਤੁਰੇ ਜਾ ਰਹੇ ਸਨ। ਮੁਗਲਾਂ ਦੀਆਂ ਫੌਜਾਂ ਜਿਹੜੀਆਂ ਸੀ ਉਹ ਅੱਗੇ ਅੱਗੇ ਭੱਜ ਉੱਠੀਆਂ। ਤੈਮੂਰ ਨੇ ਪੁੱਛਿਆ ਕਿ ਕਾਰਨ ਕੀ ਹੈ, ਤੁਸੀਂ ਅੱਗੇ ਅੱਗੇ ਭੱਜੇ ਜਾ ਰਹੇ ਹੋ। ਅਬਦਾਲੀ ਦੇ ਪੁੱਤਰ ਨੇ ਪੁੱਛਿਆ ਕੀ ਕਾਰਨ ਹੋਇਆ, ਤੁਸੀਂ ਅੱਗੇ ਅੱਗੇ ਭੱਜੇ ਜਾ ਰਹੇ ਹੋ। ਕਹਿਣ ਲੱਗੇ ਭੱਜਣਾ ਕੀ ਹੈ, ਅਸੀਂ ਇਹਨਾਂ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਕਹਿੰਦੇ ਕਿਉਂ? ਕਹਿੰਦੇ ਕਾਰਨ ਇਹ ਹੈ, ਇੱਕ ਤਾਂ ਜਮਾਲ ਖਾਨ ਸਾਡੀਆਂ ਅੱਖਾਂ ਸਾਹਮਣੇ ਮਾਰਿਆ ਗਿਆ, ਦੂਸਰਾ ਇਹਨਾਂ ਦੇ ਵੱਡੇ ਹੋਏ ਜਿਹੜੇ ਸਿੰਘ ਨੇ ਉਹ ਵੀ ਉੱਠ ਉੱਠ ਕੇ ਲੜਦੇ ਪਏ ਨੇ। ਉਹ ਵੇਖੋ ਬਿਨਾਂ ਸਿਰ ਤੋਂ ਬਾਬਾ ਦੀਪ ਸਿੰਘ ਜਿਹੜਾ ਹੈ ਉਹਨਾਂ ਦਾ ਲੜਦਾ ਆ ਰਿਹਾ ਹੈ। ਇਸ ਕਰਕੇ ਅਸੀਂ ਮਰਿਆਂ ਦੇ ਨਾਲ ਨਹੀਂ ਲੜ ਸਕਦੇ, ਜਿਉਂਦਿਆਂ ਦਾ ਮੁਕਾਬਲਾ ਤਾਂ ਕਰ ਸਕਦੇ ਹਾਂ। ਜਿਹੜੇ ਮਰੇ ਵੀ ਨੇ ਇਹਨਾਂ ਦੇ ਉੱਠ ਉੱਠ ਕੇ ਲੜਦੇ ਪਏ ਨੇ। ਅਸੀਂ ਵੇਖਿਆ ਬਜ਼ੁਰਗ, ਐਡਾ ਬਜ਼ੁਰਗ ਜਰਨੈਲ ਜਿਹੜਾ ਬਿਨਾਂ ਸਿਰ ਤੋਂ ਲੜਦਾ ਹੋ ਰਿਹਾ, ਬਾਕੀ ਵੀ ਹਿੱਲਦੇ ਪਏ ਸੀ, ਉਹ ਵੀ ਉੱਠ ਪਏ ਹੋਣੇ ਨੇ। ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਤੇ ਬਾਬਾ ਦੀਪ ਸਿੰਘ 5 ਮੀਲ ਬਣਦਾ ਤਕਰੀਬਨ, ਟਾਹਲੀ ਸਾਹਿਬ ਗੁਰਦੁਆਰੇ ਤੋਂ ਨਾ 5 ਮੀਲ ਬਣਦਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਹਰਿਮੰਦਰ ਸਾਹਿਬ 5 ਮੀਲ ਤੀਕਰ ਬਾਬਾ ਦੀਪ ਸਿੰਘ ਤਲੀ ਦੇ ਸਿਰ ਰੱਖ ਕੇ ਜਿਹੜੇ ਸੀ ਉਹ ਖੰਡਾ ਖੜਕਾਉਂਦੇ ਆਏ। ਤੇ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰ ਪਰਿਕਰਮਾ ਦੇ ਵਿੱਚ ਜਾ ਕੇ ਜਦੋਂ ਸਾਰੇ ਮੁਗਲ ਦੌੜ ਗਏ, ਭੱਜ ਗਏ ਸਾਰੇ ਡਰਦੇ ਹੋਏ, ਉਦੋਂ ਫਿਰ ਬਾਬਾ ਦੀਪ ਸਿੰਘ ਜੀ ਨੇ ਇੱਥੇ ਆ ਕੇ ਆਪਣਾ ਸੀਸ ਜਿਹੜਾ ਸੀ ਗੁਰੂ ਚਰਨਾਂ ਦੇ ਵਿੱਚ ਭੇਟ ਕੀਤਾ। ਜਿੱਥੇ ਆਪਾਂ ਪਰਿਕਰਮਾ ਦੇ ਵਿੱਚ ਜਾਂਦੇ ਆ ਨਾ, ਤੇ ਸਰੋਵਰ ਦੇ ਐਨ ਕੰਢੇ ਦੇ ਉੱਤੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਜਿਹੜਾ ਬਣਿਆ ਹੋਇਆ ਹੈ, ਇਸ ਸਥਾਨ ਤੇ ਆ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਜਿਹੜਾ ਸੀ ਉਹ ਲਿਆ ਕੇ ਭੇਟ ਕੀਤਾ ਸੀ, ਰੱਖਿਆ ਸੀ। ਹੁਣ ਸਵਾਲ ਪੈਦਾ ਹੁੰਦਾ ਕਿ ਜਿਹੜਾ ਬਾਹਰ ਚਾਟੀਵਿੰਡ ਚੌਂਕ ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਬਣਿਆ ਹੋਇਆ ਹੈ, ਉੱਥੇ ਕੀ ਹੈ? ਉੱਥੇ ਬਾਬਾ ਦੀਪ ਸਿੰਘ ਜੀ ਦਾ ਸਿੰਘਾਂ ਨੇ ਲਿਆ ਕੇ ਸਰੀਰ ਦਾ ਜਿਹੜਾ ਸੀ ਪਵਿੱਤਰ ਦਾ ਉੱਥੇ ਆ ਕੇ ਅੰਤਮ ਸੰਸਕਾਰ ਕੀਤਾ ਸੀ। ਇਸ ਕਰਕੇ ਇਹੋ ਜਿਹੇ ਕੌਮ ਦੇ ਮਹਾਨ ਸੂਰਬੀਰ ਯੋਧੇ ਨੂੰ ਕੋਟਨ ਕੋਟਾਨ ਵਾਰ ਨਮਸਕਾਰ। ਜਿਸ ਕੌਮ ਦੇ ਅੰਦਰ ਇਹੋ ਜਿਹੇ ਸ਼ਹੀਦ ਪੈਦਾ ਹੋਏ ਹੋਣ, ਸਾਨੂੰ ਫਖਰ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਹ ਸਾਡਾ ਵੀ ਜਨਮ ਇਹੋ ਜਿਹੀ ਕੌਮ ਦੇ ਵਿੱਚ ਹੋਇਆ। ਸੋ ਬਾਬਾ ਦੀਪ ਸਿੰਘ ਜੀ ਨੂੰ ਕੋਟਨ ਕੋਟਾਨ ਵਾਰ ਨਮਸਕਾਰ, ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ, ਜਿਸ ਸੂਰਬੀਰ ਯੋਧੇ ਨੇ ਗੁਰਧਾਮ ਨੂੰ ਆਜ਼ਾਦ ਕਰਾਇਆ। ਸੋ ਇਤਿਹਾਸ ਦਾ ਜ਼ਿਕਰ ਕਰਦੇ ਹਾਂ। ਅਨੇਕਾਂ ਹੋਈਆਂ ਭੁੱਲਾਂ ਜਿਹੜੀਆਂ ਨੇ ਉਹ ਸਤਿਗੁਰੂ ਬਖਸ਼ ਲੈਣਗੇ ਜੀ, ਸੁਮਤ ਬਖਸ਼ਣ। ਯਤਨ ਕਰਿਆ ਕਰੀਏ ਕਿ ਜਦੋਂ ਵੀ ਇਤਿਹਾਸਕ ਦਿਹਾੜਾ ਹੁੰਦਾ ਹੈ ਨਾ, ਜਦੋਂ ਵੀ ਉਹਦਾ ਜ਼ਿਕਰ ਹੋ ਰਿਹਾ ਹੋਵੇ ਗੁਰ ਇਤਿਹਾਸ ਦਾ, ਉਦੋਂ ਆਪਾਂ ਟਿਕ ਕੇ ਬੈਠਿਆ ਕਰੀਏ। ਵੇਖੋ ਉਹਨਾਂ ਨੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਤੇ ਅਸੀਂ ਉਹਨਾਂ ਦੇ ਇਤਿਹਾਸ ਨੂੰ ਸੁਣ ਵੀ ਨਹੀਂ ਸਕਦੇ ਟਿਕ ਕੇ ਬਹਿ ਕੇ। ਯਤਨ ਕਰਿਆ ਕਰੀਏ। ਸਮਾਂ ਇਹ ਜ਼ਿੰਦਗੀ ਜਿਹੜੀ ਜਿੰਨੀ ਆਪਾਂ ਸਮਝਦੇ ਆ ਨਾ ਵੀ ਮੈਂ ਘਰ ਦੇ ਵਿੱਚ ਨਾ ਹੋਇਆ ਤੇ ਸਾਡੇ ਤਾਂ ਕੰਮ ਹੀ ਉੱਥੇ ਰੁਕਿਆ ਪਿਆ। ਇਹ ਜਦੋਂ ਆਪਾਂ ਨਹੀਂ ਸੀ ਉਦੋਂ ਵੀ ਕੰਮ ਹੋਈ ਜਾਂਦੇ ਸੀ, ਜਦੋਂ ਨਹੀਂ ਹੋਵਾਂਗੇ ਕੱਲ ਨੂੰ ਇਹ ਕੰਮ ਉਦੋਂ ਵੀ ਹੋਈ ਜਾਣੇ ਨੇ। ਪਰ ਸਤਿਗੁਰ ਜੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ। ਜੀ ਉਹ ਵੱਡਿਆਂ ਭਾਗਾਂ ਨਾਲ ਗੁਰੂ ਦੀ ਸੰਗਤ ਮਿਲਦੀ ਹੈ। ਜਿਹੜੇ ਦਿਨ ਸਰੀਰ ਕਰਕੇ ਅਸੀਂ ਕਮਜ਼ੋਰ ਹੋ ਗਏ, ਖੀਨ ਹੋ ਗਏ, ਕੋਈ ਸਾਡਾ ਸਰੀਰ ਦੇ ਉੱਤੇ ਕੋਈ ਨੁਕਸਾਨ ਹੋ ਗਿਆ, ਸਮੇਂ ਅਨੁਸਾਰ ਨਾ ਤੁਰਿਆ ਫਿਰਿਆ ਗਿਆ, ਉਦੋਂ ਗੁਰੂ ਘਰ ਆ ਕੇ ਕਿਹੜਾ ਬੈਠਾਂਗੇ, ਕਿਹੜਾ ਬੈਠਿਆ ਜਾਣਾ।
ਅੱਜ ਸਰੀਰ ਸਾਡਾ ਤੰਦਰੁਸਤ ਹੈ, ਸਾਥ ਦਿੰਦਾ ਹੈ। ਗੁਰੂ ਘਰ ਦੇ ਵਿੱਚ ਰੋਜ਼ਾਨਾ ਆਈਏ, ਗੁਰਬਾਣੀ ਸੁਣੀਏ, ਗੁਰ ਇਤਿਹਾਸ ਨੂੰ ਸਰਵਣ ਕਰਕੇ ਨਾ ਤੇ ਇਹਨਾਂ ਸੂਰਬੀਰ ਯੋਧਿਆਂ ਦੀ ਜ਼ਿੰਦਗੀ ਦੇ ਕੋਲੋਂ ਕੁਝ ਅਸੀਂ ਸਿੱਖਣਾ ਕਰੀਏ। ਵੀ ਬਾਬਾ ਦੀਪ ਸਿੰਘ ਜੀ ਨੇ ਵੇਖੋ ਆਪਣੇ ਜੀਵਨ ਦੇ ਅੰਦਰ 4 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਸੀ ਲਿਖੇ ਸੀ, ਔਰ ਸਮਾਂ ਆਉਣ ਤੇ ਕੁਰਬਾਨੀ ਵੀ ਕੀਤੀ ਹੈ। ਅਸੀਂ ਵੀ ਯਤਨ ਤਾਂ ਕਰੀਏ, ਉਹਨਾਂ ਵਰਗੇ ਤਾਂ ਨਹੀਂ ਬਣ ਸਕਦੇ, ਪਰ ਯਤਨ ਕਰੀਏ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਗੁਰੂ ਘਰ ਨਾਲ ਪਿਆਰ ਕਰੀਏ, ਗੁਰਬਾਣੀ ਨਾਲ ਪਿਆਰ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਬਣਾਈਏ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹ